ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੇ ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼। ਸੋ ਜਦੋਂ ਖਬਰਸਾਰ ਦੀ ਗੱਲ ਆਉਂਦੀ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲੇਟੈਸਟ ਗੱਲਾਂ ਤੁਹਾਡੇ ਤੱਕ ਲੈ ਕੇ ਆਈਏ, ਉਹ ਖਬਰਾਂ ਤੁਹਾਡੇ ਤੱਕ ਲੈ ਕੇ ਆਈਏ ਜਿਹੜੀਆਂ ਕਿਤੇ ਨਾ ਕਿਤੇ ਅਸੀਂ ਹੋਰ ਰੌਲੇ ਗੋਲੇ ਦੇ ਵਿੱਚ ਭੁੱਲ ਜਾਂਦੇ ਹਾਂ। ਸੋ ਬਹੁਤ ਜ਼ਰੂਰੀ ਖਬਰਾਂ ਹੁੰਦੀਆਂ ਤੇ ਤੁਸੀਂ ਜਾਣਦੇ ਹੋ ਕਿ 2 ਦਿਨ ਸਾਡੇ ਨਾਲ ਗੁਰਬਾਜ ਸਿੰਘ ਬਰਾੜ ਖਾਸ ਤੌਰ ਤੇ ਆਉਂਦੇ ਨੇ। ਸੋ ਬੜੇ ਸੁਲਝੇ ਹੋਏ ਸੀਨੀਅਰ ਜਰਨਲਿਸਟ ਨੇ। ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਸਾਡੇ ਨਾਲ ਗੈਸਟ ਵੀ ਚੰਡੀਗੜ੍ਹ ਤੋਂ ਹੋਣਗੇ। ਸੋ ਇਹਨਾਂ ਦੇ ਕੋਲੋਂ ਹੀ ਜਾਣਕਾਰੀ ਲੈਂਦੇ ਆ ਕਿ ਅੱਜ ਕਿਹੜੀ ਖਾਸ ਖਬਰ ਆ ਤੇ ਕਿਹੜੇ ਖਾਸ ਮਹਿਮਾਨ ਸਾਡੇ ਨਾਲ ਪੰਜਾਬ ਤੋਂ ਸ਼ਾਮਲ ਹੋਣਗੇ ਸ਼ੋਅ ਦੇ ਵਿੱਚ। ਸੋ ਜੀ ਆਇਆਂ ਕਹਿੰਦੇ ਆ ਜੀ ਗੁਰਬਾਜ ਸਿੰਘ ਬਰਾੜ ਹੋਣਾ ਨੂੰ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਾਰੇ ਹੀ ਸਾਂਝਾ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਮੇਸ਼ਾ ਵਾਂਗ ਅਸੀਂ ਅੱਜ ਇੱਕ ਵਾਰ ਫਿਰ ਵੀਰਵਾਰ ਵਾਲੇ ਦਿਨ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਹਾਂ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੜੀ ਅਹਿਮ ਗੱਲਬਾਤ ਹੋਏਗੀ। ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਇਹ ਖਬਰਾਂ ਆਈਆਂ ਨੇ ਕਿ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਆਪਣੀ Z+ ਸੁਰੱਖਿਆ ਛੱਡ ਕੇ ਫਰਾਰ ਹੋ ਚੁੱਕੇ ਨੇ। ਪੁਲਿਸ ਉਹਨਾਂ ਨੂੰ ਫੜਨ ਦੇ ਲਈ ਛਾਪੇ ਮਾਰ ਰਹੀ ਹੈ। ਸੁਮੇਧ ਸੈਣੀ ਕਿਉਂ ਭੱਜ ਰਹੇ ਨੇ? ਐਡੇ ਵੱਡੇ ਅਫਸਰ ਰਹੇ ਨੇ, ਉਹਨਾਂ ਨੂੰ ਭੱਜਣ ਦੀ ਨੌਬਤ ਕਿਉਂ ਆਈ? ਕਿਉਂ ਆਪਣੀ ਸਿਕਿਉਰਿਟੀ ਛੱਡ ਕੇ ਉਹ ਫਰਾਰ ਹੋਏ ਨੇ? ਕਿਸ ਗੱਲ ਦਾ ਉਹਨਾਂ ਨੂੰ ਡਰ ਸਤਾ ਰਿਹਾ? ਕੱਲ੍ਹ ਨੂੰ ਸੁਮੇਧ ਸੈਣੀ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਮੋਹਾਲੀ ਦੀ ਅਦਾਲਤ ਦੇ ਵਿੱਚੋਂ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਚੁੱਕੀ ਹੈ। ਮਾਮਲਾ 29 ਸਾਲ ਪੁਰਾਣਾ ਹੈ। ਬਲਵੰਤ ਸਿੰਘ ਮੁਲਤਾਨੀ ਨਾਂ ਦੇ ਇੱਕ ਨੌਜਵਾਨ ਨੂੰ ਚੁੱਕ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਦਾ ਕੋਈ ਵੀ ਥੋ ਪਤਾ ਨਾ ਲੱਗਾ। 29 ਸਾਲਾਂ ਬਾਅਦ ਇਨਸਾਫ ਦਾ ਗੇੜਾ ਦੁਬਾਰਾ ਘੁੰਮਣ ਜਾ ਰਿਹਾ ਹੈ। ਇਹਦੇ ਲਈ ਪੀੜਤ ਧਿਰ ਵੱਲੋਂ ਪ੍ਰਦੀਪ ਵਿਰਕ ਉੱਘੇ ਜਿਹੜੇ ਮਨੁੱਖੀ ਹੱਕਾਂ ਦੇ ਲੰਬਰਦਾਰ ਵਕੀਲ ਨੇ, ਉਹਨਾਂ ਵੱਲੋਂ ਸੁਮੇਧ ਸੈਣੀ ਖਿਲਾਫ ਕੇਸ ਲੜਿਆ ਜਾ ਰਿਹਾ ਹੈ। ਉਹਨਾਂ ਨੇ ਪੀੜਤ ਧਿਰ ਨਾਲ ਖੜਨ ਦਾ ਅਹਿਦ ਕਿਵੇਂ ਲਿਆ? ਕਿਉਂਕਿ ਉਹ ਵੱਡੇ IPS ਅਫਸਰ ਬਣ ਗਏ ਸਨ ਤੇ ਉਹ ਸਰਵਿਸ ਵਿੱਚ ਵੀ ਆ ਗਏ ਸਨ ਤੇ ਉਹਨਾਂ ਨੇ ਇਹ ਸਰਵਿਸ ਛੱਡੀ ਕਿਉਂ? ਉਹਨਾਂ ਨੇ ਇਸ ਤਰ੍ਹਾਂ ਦੇ ਕੇਸ ਆਪਣੇ ਹੱਥ ਵਿੱਚ ਲੈਣ ਦਾ ਇਰਾਦਾ ਬਣਾਇਆ। ਅੱਜ ਸਾਡੇ ਨਾਲ ਹੁਣ ਤੋਂ ਕੁਝ ਮਿੰਟਾਂ ਵਿੱਚ ਹੀ ਪ੍ਰਦੀਪ ਵਿਰਕ ਸ਼ਾਮਲ ਹੋ ਰਹੇ ਨੇ। ਉਹਨਾਂ ਤੋਂ ਆਪਾਂ ਇਸ ਕੇਸ ਬਾਰੇ ਤਾਜ਼ਾ ਜਾਣਕਾਰੀ ਲੈਂਦੇ ਹਾਂ। ਪ੍ਰਦੀਪ ਵਿਰਕ, ਤੁਹਾਡਾ ਸਾਂਝਾ ਟੀਵੀ ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਵਿਰਕ ਸਾਹਿਬ, ਸਾਨੂੰ ਤੁਸੀਂ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ, ਕਿਉਂਕਿ ਪਹਿਲੀ ਦਫਾ ਤੁਸੀਂ ਰੂਬਰੂ ਹੋ ਰਹੇ ਹੋ, ਆਪਣੇ ਬਾਰੇ ਦੱਸੋ। ਤੁਸੀਂ IPS ਦੇ ਵਿੱਚ ਸਿਲੈਕਟ ਹੋ ਗਏ ਸੀ, 1 ਸਾਲ ਦੀ ਤੁਸੀਂ ਟ੍ਰੇਨਿੰਗ ਵੀ ਕੀਤੀ, ਫਿਰ ਤੁਸੀਂ ਦੁਬਾਰਾ ਵਕਾਲਤ ਨੂੰ ਕਿਉਂ ਚੁਣਿਆ ਜੀ? ਦੇਖੋ, ਫੈਮਿਲੀ ਬੈਕਗ੍ਰਾਉਂਡ ਮੇਰੀ ਇਹ ਹੈ ਕਿ ਮੇਰੇ ਦਾਦਾ ਜੀ ਲੇਟ ਸਰਦਾਰ ਕੁਲਦੀਪ ਸਿੰਘ ਵਿਰਕ ਇੱਕ IAS ਅਫਸਰ ਸੀਗੇ, ਪਦਮ ਸ਼੍ਰੀ ਤੋਂ ਸਨਮਾਨਿਤ ਸੀਗੇ। ਮੇਰੇ ਫਾਦਰ ਸ਼੍ਰੀ SS ਵਿਰਕ 1970 ਬੈਚ ਦੇ IPS ਅਫਸਰ ਰਹੇ ਨੇ। ਪੰਜਾਬ ਤੇ ਮਹਾਰਾਸ਼ਟਰ ਦੇ DGP ਸੀ, ਪਦਮ ਸ਼੍ਰੀ ਤੋਂ ਸਨਮਾਨਿਤ, ਗੈਲੈਂਟਰੀ ਮੈਡਲਸ ਤੋਂ ਸਨਮਾਨਿਤ। ਸੋ ਨੈਚੁਰਲੀ ਇੱਕ ਚੀਜ਼ ਸੀ ਕਿ ਜਦੋਂ 2 ਜਨਰੇਸ਼ਨਸ ਇੱਕ ਸਰਵਿਸ ਪਾਰਟਿਕੂਲਰ ਮਤਲਬ ਆਲ ਇੰਡੀਆ ਸਰਵਿਸ ਦੇ ਵਿੱਚ ਰਹੇ ਹੋਣ ਤੇ ਬੱਚਿਆਂ ਨੂੰ ਪਹਿਲਾਂ ਉਸੇ ਰਾਹ ਤੇ ਜਾਣਾ ਹੁੰਦਾ। ਸੋ ਮੈਂ IPS ਦੇ ਵਿੱਚ ਸਿਲੈਕਟ ਹੋ ਗਿਆ ਸੀ। 2006 ਬੈਚ ਮੇਰਾ ਸੀਗਾ IPS ਦਾ। ਪਰ ਉਸ ਤੋਂ ਬਾਅਦ ਗੱਲ ਇਹ ਹੋ ਗਈ ਕਿ ਵਰਦੀ ਪਾ ਕੇ ਜਿਹੜੇ ਸੁਮੇਧ ਸੈਣੀ ਵਰਗੇ ਦਾਗੀ ਅਫਸਰ ਜਦੋਂ ਸੀਨੀਅਰ ਹੁੰਦੇ ਆ, ਉਹਨਾਂ ਨੂੰ ਸਲੂਟ ਕਰਨ ਦਾ ਜ਼ਮੀਰ ਇਜਾਜ਼ਤ ਇਸ ਚੀਜ਼ ਦੀ ਨਹੀਂ ਦਿੰਦਾ ਕਿ ਤੁਸੀਂ ਦਾਗੀ ਅਫਸਰਾਂ ਨੂੰ ਕਹੋ। ਸਲੂਟ ਦਾ ਮਤਲਬ ਹੁੰਦਾ ਹੈ ਕਿ ਅਸੀਂ ਤੁਹਾਡੀ ਰਿਸਪੈਕਟ ਕਰਦੇ ਹਾਂ, ਤੁਸੀਂ ਸਾਡੇ ਸੀਨੀਅਰ ਹੋ, ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਫੋਲੋ ਕਰਾਂਗੇ ਜੀ। ਔਰ ਵਰਦੀ ਦੇ ਵਿੱਚ ਜਿਹੜੇ ਪ੍ਰਿੰਸੀਪਲ ਹੁੰਦੇ ਉਹ ਫੋਲੋ ਕਰਨੇ ਬਹੁਤ ਜ਼ਰੂਰੀ ਹੈ। ਬਿਲਕੁਲ, ਕਿ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਵਰਦੀ ਪਾਈ ਹੈ ਮੈਂ ਸਲੂਟ ਨਹੀਂ ਮਾਰਾਂਗਾ। ਤੁਸੀਂ ਸਲੂਟ ਮਾਰ ਰਹੇ ਹੋ, ਦਾਗੀ ਅਫਸਰ ਨੂੰ ਮਾਰ ਰਹੇ ਹੋ, ਝੂਠ ਮਾਰ ਰਹੇ ਹੋ, ਆਪਣੇ ਜ਼ਮੀਰ ਨੂੰ ਮਾਰ ਕੇ ਸਲੂਟ ਮਾਰ ਰਹੇ ਹੋ, ਉਹ ਮੇਰੇ ਤੋਂ ਹੋਣਾ ਨਹੀਂ ਜੀ। ਜੀ ਨਾ ਮੈਂ ਇਹਨਾਂ ਦੇ ਹਿਸਾਬ ਨਾਲ ਚੱਲ ਸਕਦਾ ਸੀ, ਨਾ ਮੈਂ ਦਾਗੀ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਸਕਦਾ ਸੀ। ਹੈਲਪਲੈਸ ਹੋਣਾ ਸੀ ਜੀ। ਜੇ ਆਪ ਦੇਖੋ ਤਾਂ ਸੈਣੀ ਦੇ ਖਿਲਾਫ ਕਿਸੇ IPS ਅਫਸਰ ਨੇ ਉਹਦੇ ਜੂਨੀਅਰ ਹੋ ਜਾਂਦੇ ਪਰਚਾ ਨਹੀਂ ਦਰਜ ਕਰ ਸਕਦਾ ਜੀ। ਐਜ਼ ਅ ਲਾਇਰ ਮੈਂ ਉਹਦੇ ਖਿਲਾਫ ਲੜ ਸਕਦਾ, ਇੰਡੀਪੈਂਡੈਂਟਲੀ ਮੈਂ ਜੋ ਮਰਜ਼ੀ ਕਰਾਂ ਜੀ। ਇੱਥੇ ਤੱਕ ਕਿ ਮੈਂ ਸੁਮੇਧ ਸਿੰਘ ਸੈਣੀ ਦੇ ਖਿਲਾਫ ਹੁਣ ਓਪਨਲੀ ਤੇ ਕੋਰਟ ਲੜ ਵੀ ਰਿਹਾ। ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਹਾਂ। ਪੁਲਿਸ ਦੇ ਵਿੱਚ ਹੁੰਦਿਆਂ ਮੈਂ ਕੋਈ ਵੀ ਚੀਜ਼ ਕਰਦਾ, ਮੇਰਾ ਸੀਨੀਅਰ ਉਹਨੂੰ ਓਵਰਰਾਈਡ ਕਰ ਸਕਦਾ ਸੀ। ਮੰਨ ਲਓ ਮੈਂ ਕਹਿੰਦਾ ਜੀ ਸੁਮੇਧ ਸੈਣੀ ਨੂੰ ਅਰੈਸਟ ਕਰਨਾ, ਉਹਦੇ ਤੇ ਪਰਚਾ ਦੇਣਾ ਹੈ, ਮੇਰਾ ਸੀਨੀਅਰ ਪਰਚਾ ਕੈਂਸਲ ਕਰ ਦਿੰਦਾ, ਮੈਂ ਕੀ ਕਰਦਾ ਜੀ। ਸੋ ਪੁਲਿਸ ਨੇ ਕਸੂਰਵਾਰਾਂ ਨੂੰ ਲਾਉਣੀ ਹੈ ਜੀ, ਮਰਜ਼ੀ ਨਾਲ ਲਾਉਣੀ ਹੈ, ਮੈਂ ਤਾਂ ਕੋਈ ਨਹੀਂ ਸਵਾਲ ਪੁੱਛਦਾ। ਦੈਟ ਇਜ਼ ਦ ਰੀਜ਼ਨ ਉਹ ਇੰਡੀਪੈਂਡੈਂਟ
ਉਹ ਫੌਜ ਲਈ ਲੜਨ ਦਾ ਇੱਕ ਜਜ਼ਬਾ ਜਿਹੜਾ ਸੀ ਜੀ ਜੀ ਉਹ ਮੈਂ ਬਰਕਰਾਰ ਰੱਖਣਾ ਚਾਹੁੰਦਾ ਸੀ। ਦਾਗਦਾਰ ਵਰਦੀਆਂ ਨੂੰ ਦੁਬਾਰਾ ਬੇਦਾਗ ਕਰਨਾ ਚਾਹੁੰਦਾ ਸੀ ਔਰ ਵਰਦੀ ਵਾਲਿਆਂ ਦੇ ਵਿੱਚ ਇੱਕ ਕੇਸ ਰਿਪੋਰਟ ਕਰਨਾ ਚਾਹੁੰਦਾ ਸੀ। ਬਿਕੋਜ਼ ਮੈਂ ਫੀਲ ਕਰਦਾ ਸੁਮੇਧ ਸਿੰਘ ਸੈਣੀ ਵਰਗੇ ਅਫਸਰਾਂ ਨੇ ਜ਼ਿੰਦਗੀ 'ਚ ਜਿਹੜਾ ਸਭ ਤੋਂ ਘਟੀਆ ਕੰਮ ਕਰਤਾ ਕਿ ਵਰਦੀ ਵਾਲਿਆਂ ਦੇ ਜ਼ਮੀਰ ਖਤਮ ਕਰਤੇ। ਉਹਨਾਂ ਨੇ ਇਹ ਸ਼ੋਅ ਕਰਤਾ ਕਿ ਵੀ ਗਲਤ ਰਾਹ ਫੜੋ, ਵਰਦੀ ਪਾ ਕੇ ਤੇ ਤੁਹਾਨੂੰ ਤਰੱਕੀਆਂ ਮਿਲਣਗੀਆਂ। ਇਹੋ ਜਿਹੇ ਅਫਸਰਾਂ ਦੀ ਐਗਜ਼ਾਮਪਲ ਸੈੱਟ ਕਰਨੀ ਬਹੁਤ ਜ਼ਰੂਰੀ ਹੈ ਕਿ ਗਲਤ ਰਾਹ ਦਾ ਅੰਤ ਵੀ ਬੁਰਾ ਹੀ ਹੋਊਗਾ, ਕਦੇ ਚੰਗਾ ਨਹੀਂ ਹੋਊਗਾ। ਔਰ ਤੁਸੀਂ ਬਹੁਤ ਜੁਰਤ ਕੀਤੀ ਜੀ, ਤੁਸੀਂ ਹਾਈ ਪ੍ਰੋਫਾਈਲ ਕੇਸ ਨੂੰ ਹੱਥ ਪਾਇਆ। ਰਸੂਖਵਾਨਾਂ ਦੇ ਖਿਲਾਫ ਲੜਨਾ ਕੋਈ ਸੌਖਾ ਨਹੀਂ ਹੁੰਦਾ। ਤੁਸੀਂ ਇਹ ਹੌਸਲਾ ਕੀਤਾ ਔਰ ਪੀੜਤ ਧਿਰ ਦੇ ਨਾਲ ਖੜੇ ਹੋ। ਪੁਲਿਸ ਦਾ ਕੰਮ ਹੁੰਦਾ ਕਿ ਇਨਸਾਫ ਦਿਵਾਉਣਾ ਤੇ ਇਨਸਾਫ ਲੈ ਕੇ ਦੇਣਾ ਹੁੰਦਾ ਵਕੀਲਾਂ ਨੇ। ਤੁਸੀਂ ਇਨਸਾਫ ਦਿਵਾਉਣ ਵਾਲੀ ਧਿਰ 'ਚ ਹੁਣ ਖੜੇ ਹੋ ਗਏ ਹੋ ਤੇ ਉਮੀਦ ਵੱਧ ਰਹੀ ਹੈ, ਕਿਉਂਕਿ ਲੰਮੇ ਸਮੇਂ ਤੋਂ ਉਹਨਾਂ ਦਾ ਬਚਾਅ ਹੁੰਦਾ ਆ ਰਿਹਾ ਸੀ। ਸਿਆਸਤੀ ਪੁਸ਼ਤ ਪਨਾਹੀ ਉਹਨਾਂ ਦੇ ਉੱਪਰ ਸੀ ਰਹਿੰਦੀ ਰਹੀ ਹੈ ਤੇ ਹੁਣ ਵੀ ਸ਼ਾਇਦ ਅਜਿਹਾ ਹੋਵੇ, ਕਿਉਂਕਿ ਉਹ ਬਚਦੇ ਆ ਰਹੇ ਨੇ ਹੁਣ ਤੱਕ। ਸੋ ਤਾਜ਼ਾ ਹਾਲਾਤ ਇਸ ਕੇਸ ਤੇ ਜਾਣਾਂਗੇ ਜੀ। ਉਸ ਤੋਂ ਪਹਿਲਾਂ ਥੋੜਾ ਜਿਹਾ ਇਸ ਕੇਸ ਦੇ ਪਿਛੋਕੜ ਬਾਰੇ ਵੀ ਦੱਸੋ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਕਿਉਂ ਚੁੱਕਿਆ ਗਿਆ, ਕਿਉਂ ਉਹਨੂੰ ਅਗਵਾ ਕੀਤਾ ਗਿਆ ਸੀ, ਉਹਦੇ ਉੱਪਰ ਕਿਹੜਾ ਦੋਸ਼ ਲੱਗ ਰਿਹਾ ਸੀ? ਦੇਖੋ, ਸੁਮੇਧ ਸਿੰਘ ਸੈਣੀ ਤੇ ਅਗਸਤ 1991 ਦੇ ਵਿੱਚ ਬੰਬ ਬਲਾਸਟ ਹੋਇਆ। ਸੋ ਸੁਮੇਧ ਸੈਣੀ ਜਿਹੜਾ ਕਿ ਸਾਰੇ ਜਾਣਦੇ, ਉਹਦੀ ਆਦਤ ਹੈ ਤਸ਼ੱਦਦ ਕਰਵਾਉਣ ਦੀ ਲੋਕਾਂ ਨੂੰ। ਉਹਨੇ ਕੀ ਕੀਤਾ, ਇਨੋਸੈਂਟ ਲੋਕਾਂ ਨੂੰ ਚੁੱਕਦਾ ਉਹ ਮੁਲਤਾਨੀ ਚੁੱਕ ਲਿਆ। ਹੁਣ ਇੰਟਰਸਟਿੰਗ ਗੱਲ ਇਹ ਸੀ ਕਿ ਜਦੋਂ ਮੁਲਤਾਨੀ ਚੁੱਕਿਆ ਉਸ ਵੇਲੇ ਮੁਲਤਾਨੀ ਨੂੰ ਬੰਬ ਬਲਾਸਟ ਕੇਸ ਦੇ ਵਿੱਚ ਅਕਿਊਜ਼ ਬਣਾ ਕੇ ਨਹੀਂ ਚੁੱਕਿਆ। ਮੁਲਤਾਨੀ ਨੂੰ 11 ਦਸੰਬਰ 1991 ਨੂੰ ਚੁੱਕਿਆ। ਉਸ ਦਿਨ ਮੁਲਤਾਨੀ ਦਾ ਕੋਈ ਪਰਚਾ ਹੈ ਨਹੀਂ ਸੀ। 2 ਦਿਨ ਇਹਨੂੰ ਇਲੀਗਲ ਡਿਟੈਂਸ਼ਨ ਦੇ ਵਿੱਚ ਰੱਖਣ ਤੋਂ ਬਾਅਦ 13 ਦਸੰਬਰ 1991 ਨੂੰ ਇਹਦੇ ਤੇ ਲਿਖਾ ਪਰਚਾ ਪਲਾਂਟ ਕੀਤਾ, ਵੈਪਨ ਪਲਾਂਟ ਕੀਤਾ, ਟਾਡਾ ਦੇ ਅੰਡਰ ਬੁੱਕ ਕੀਤਾ ਔਰ ਇੱਕ ਟੈਰਰਿਸਟ ਕਰਾਰ ਦਿੱਤਾ। ਸੋ ਤੁਸੀਂ ਆਪ ਇਮੇਜਿਨ ਕਰ ਸਕਦੇ ਹੋ ਕਿਸ ਹੱਦ ਤੱਕ ਇਹਨੇ ਐਵੀਡੈਂਸ ਫੈਬਰਿਕੇਟ ਕੀਤੀ। ਫਿਰ ਉਹਨੂੰ ਟੌਰਚਰ ਕੀਤਾ ਇੰਨਾ ਜ਼ਿਆਦਾ ਕਿ ਜੋ ਚੀਜ਼ਾਂ ਸਾਹਮਣੇ ਆਏ ਕਿ ਕਿਸ ਤਰ੍ਹਾਂ ਉਹਦੇ ਪਿੱਛੇ ਡੰਡਾ ਦਿੱਤਾ ਮੁਲਤਾਨੀ ਦੇ, ਫਿਰ ਉਹ ਡੰਡੇ ਤੇ ਖੁਦਾ ਮਰਵਾਈਆਂ। ਮੁਲਤਾਨੀ ਕੋਲੈਪਸ ਕਰ ਗਿਆ ਪੇਨ ਨਾਲ, ਬਲੀਡਿੰਗ ਹੋਣ ਲੱਗ ਗਈ। ਉਸ ਤੋਂ ਬਾਅਦ ਵੀ ਟੌਰਚਰ ਕੰਟੀਨਿਊ ਕੀਤਾ, ਇੱਥੇ ਤੱਕ ਕਿ ਮੁਲਤਾਨੀ ਦੀ ਅੱਖ ਬਾਹਰ ਆ ਗਈ। ਤਾਂ ਵੀ ਸੁਮੇਧ ਸੈਣੀ ਉਹਦੀ ਖੁਦਾ ਮਾਰਦਾ ਰਿਹਾ ਔਰ ਫਾਈਨਲੀ ਉਹਦੀ ਡੈਥ ਹੋ ਗਈ ਤੇ ਉਹਦੀ ਬੋਡੀ ਡਿਸਪੋਜ਼ ਆਫ ਕਰਵਾ। ਉਸ ਤੋਂ ਬਾਅਦ ਐਵੀਡੈਂਸ ਫੈਬਰਿਕੇਟ ਕਰਦੇ ਹੋਏ ਉਹਦੇ ਤੇ ਹੋਰ ਪਿੱਛੇ ਪਰਚੇ ਪਾਏ ਔਰ ਸ਼ੋਅ ਕੀਤਾ ਕਿ ਪੁਲਿਸ ਕਸਟਡੀ ਤੋਂ ਫਰਾਰ ਹੋ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਇਸ ਕੇਸ ਦੇ ਵਿੱਚ ਕੁਝ ਅਕਿਊਜ਼ ਸੀਗੇ ਜਿਨ੍ਹਾਂ ਨੂੰ ਟ੍ਰਾਇਲ ਕਰਵਾਈ। ਉਹ ਟ੍ਰਾਇਲ 2006 ਦੇ ਵਿੱਚ ਜਾ ਕੇ ਖਤਮ ਹੋਈ। ਉਹ ਅਕਿਊਜ਼ ਬਰੀ ਹੋ ਗਏ। ਜਦੋਂ ਉਹ ਬਰੀ ਹੋ ਗਏ ਤੇ ਉਸ ਤੋਂ ਇੱਕ ਅਪੀਲ ਉਹਦੀ ਹਾਈ ਕੋਰਟ ਪੈਂਡਿੰਗ ਸੀ 2007 ਦੇ ਵਿੱਚ, ਫਾਈਨਲ ਡਿਸਪੋਜ਼ਲ ਤੇ ਆਈ। ਉਸ ਵੇਲੇ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਪ੍ਰੋਬਲਮ ਡਿਫੈਂਡਰ ਨੇ, ਜਿਹੜੇ ਭਗੌੜੇ ਹੋਏ ਆ ਬੰਦੇ, ਉਹਨਾਂ ਨੂੰ ਲੱਭਿਆ ਜਾਵੇ। ਜਦੋਂ ਭਗੌੜਿਆਂ ਨੂੰ ਲੱਭਣ ਲਈ ਕਿਹਾ ਤੇ ਮੁਲਤਾਨੀ ਦੇ ਫਾਦਰ ਜਿਹੜੇ ਉਦੋਂ ਜਿਉਂਦੇ ਸੀ, ਮੁਲਤਾਨੀ, ਉਹਨਾਂ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਕਿ ਮੇਰੇ ਬੇਟੇ ਨੂੰ ਭਗੌੜਾ ਗਲਤ ਡਿਕਲੇਅਰ ਕੀਤਾ, ਉਹਨੂੰ ਸੁਮੇਧ ਸਿੰਘ ਸੈਣੀ ਨੇ ਮਾਰਤਾ ਸੀ। ਜਦੋਂ ਉਸ ਚੀਜ਼ ਦੇ ਉੱਤੇ ਫਿਰ ਸੀਬੀਆਈ ਨੂੰ ਇਨਵੈਸਟੀਗੇਸ਼ਨ ਦਿੱਤੀ ਗਈ, ਪ੍ਰੋਫੈਸਰ ਭੁੱਲਰ ਵੱਲੋਂ ਐਪਲੀਕੇਸ਼ਨ ਲਾਈ ਗਈ ਕਿ ਮੇਰੇ ਫਾਦਰ ਤੇ ਮਾਸਟਰ ਨੂੰ ਵੀ ਗਲਤ ਸੀਓ ਡਿਕਲੇਅਰ ਕੀਤਾ ਇਸ ਕੇਸ, ਉਹਨਾਂ ਨੂੰ ਵੀ ਸੈਣੀ ਨੇ ਮਾਰਤਾ ਸੀ। ਉਹਨਾਂ ਦੀ ਵੀ ਤਫਤੀਸ਼ ਸ਼ੁਰੂ ਹੋ ਗਈ ਨਾਲ ਹੀ ਸੀਬੀਆਈ ਤੋਂ। 9 ਮਹੀਨੇ ਦੀ ਤਫਤੀਸ਼ ਤੇ 70 ਵਿਟਨੈਸ ਐਗਜ਼ਾਮਿਨ ਹੋਣ ਤੋਂ ਬਾਅਦ ਜੁਲਾਈ 2008 ਦੇ ਵਿੱਚ ਇਸ ਕੇਸ FIR ਰਜਿਸਟਰ ਕੀਤੀ ਗਈ ਸੁਮੇਧ ਸੈਣੀ ਦੇ ਖਿਲਾਫ। ਉਸ ਤੋਂ ਬਾਅਦ ਹਾਈ ਕੋਰਟ ਦੇ ਆਰਡਰ ਨੂੰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਚੈਲੰਜ ਕਰਤਾ। ਦਸੰਬਰ 2011 ਦੇ ਵਿੱਚ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ 2 ਜੱਜਿਸ ਦਾ ਬੈਂਚ ਨੇ ਸਿੰਗਲ ਜੱਜ ਨੂੰ ਕੇਸ ਸੁਣਨਾ ਚਾਹੀਦਾ ਸੀ ਔਰ ਸੁਮੇਧ ਸਿੰਘ ਸੈਣੀ ਨੂੰ ਸੁਣੇ ਬਿਨਾਂ ਇਹ ਫੈਸਲਾ ਨਹੀਂ ਹੋਣਾ ਚਾਹੀਦਾ। ਇਸ ਗਰਾਊਂਡ ਤੇ ਉਹ ਆਰਡਰ ਟ੍ਰਾਂਸਫਰਿੰਗ ਇਨਵੈਸਟੀਗੇਸ਼ਨ ਕਲੈਸ਼ ਕੀਤਾ, ਪਰ ਨਾਲ ਹੀ ਲਿਬਰਟੀ ਦੇਤੀ ਕਿ ਜਿਹੜੀ ਅਗਰੀਵ ਪਾਰਟੀ ਹੈ ਦੁਬਾਰਾ ਕੰਪਲੇਂਟ ਦੇ ਕੇ ਪ੍ਰੋਸੈਸ ਆਫ ਲਾਅ ਸ਼ੁਰੂ ਕਰਵਾ ਸਕਦੀ ਹੈ। ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਸਮਝੋ 2 ਮਹੀਨੇ ਬਾਅਦ DGP ਲੱਗ ਗਿਆ ਪੰਜਾਬ ਦਾ। ਜਦੋਂ DG ਲੱਗ ਗਿਆ ਸੀ ਤੇ ਫਿਰ ਇਹਨੇ ਕਿਹਨੂੰ ਅੱਗੇ ਆਉਣ ਦੇਣਾ। ਸੋ ਉਸ ਤੋਂ ਬਾਅਦ ਇਹਦੀ ਰਿਟਾਇਰਮੈਂਟ ਤੋਂ ਹੁਣ ਸਮਝੋ 1.5-2 ਸਾਲ ਤੋਂ ਬਾਅਦ ਇਹ ਗਰੀਬ ਫੈਮਿਲੀ ਅੱਗੇ ਆਈ ਔਰ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਜਿਹਦੇ ਤੇ FIR ਹੋਈ। ਉਸ FIR ਦੇ ਵਿੱਚ ਵੀ 302 ਧਾਰਾ ਜਿਹੜੀ ਕਤਲ ਦੀ ਧਾਰਾ ਹੁੰਦੀ ਹੈ ਉਹ ਐਡ ਨਹੀਂ ਕੀਤੀ ਗਈ। ਉਹ ਵੀ ਫਿਰ
ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਐਡ ਹੋਈ ਹੈ। ਕੋਰਟ ਨੇ ਡਾਇਰੈਕਟ ਕੀਤਾ ਕਿ 302 ਐਡ ਕਰੋ। ਫਿਰ ਉਹ ਬਿਆਨ ਕੁਝ ਲੋਕਾਂ ਦੇ ਹੋਏ ਹੈ, ਕੁਝ ਐਵੀਡੈਂਸ ਇਕੱਠੀ ਹੋਈ, ਕੁਝ ਵਾਦਾ ਮਾਫ ਗਵਾਹ ਬਣੇ, ਕੁਝ ਆਏ ਬੱਚਿਆਂ ਤੱਕ ਗਏ। ਉਸ ਤੋਂ ਬਾਅਦ 302 ਐਡ ਕੀਤੀ, ਉਹ ਵੀ ਕੋਰਟ ਦੀ ਡਾਇਰੈਕਸ਼ਨ ਤੇ। ਉਸ ਤੋਂ ਬਾਅਦ ਹੁਣ ਸੁਮੇਧ ਸਿੰਘ ਸੈਣੀ ਦੀ ਜਿਹੜੀ ਅਗਰਿਮ ਜ਼ਮਾਨਤ ਸੀ ਉਹ ਰਿਜੈਕਟ ਹੋਈ ਹੈ, ਜਿਸ ਕਰਕੇ ਉਹ ਭੱਜਿਆ ਫਿਰ ਸੋ ਉਹਦੇ ਤੇ ਕੱਲ ਨੂੰ ਹਫ਼ਤੇ ਤੋਂ ਉੱਤੇ ਹੋ ਗਿਆ ਹੈ, ਉਹ ਰਿਸਪੌਂਡ ਕਰ ਰਿਹਾ ਹੈ। ਕੰਡੀਸ਼ਨ ਲਾਈ ਸੀ ਕੋਰਟ ਨੇ ਕਿ ਉਹ ਘਰੋਂ ਨਹੀਂ ਬਾਹਰ ਜਾਊਗਾ ਜਦੋਂ ਤੱਕ ਲਾਕਡਾਊਨ ਪੀਰੀਅਡ ਹੈ। ਉਹਨੇ ਉਹ ਵੀ ਐਂਟੀਸਿਪੇਟਰੀ ਬੇਲ ਦੀ ਵਾਇਲੇਟ ਕੀਤੀ ਹੈ ਕੰਡੀਸ਼ਨ, ਉਹਦੀ ਵੀ ਅਸੀਂ ਬੇਲ ਕੈਂਸਲੇਸ਼ਨ ਪਾਈ ਹੋਈ ਹੈ। ਸੋ ਹੁਣ ਹਫ਼ਤੇ ਤੋਂ ਉੱਤੇ ਹੋ ਗਿਆ। ਰੱਬ ਦੀ ਮਿਹਰ ਹੈ, ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਰੰਗ ਲਿਆਈਆਂ। ਔਰ ਮੈਂ ਬੜੀ ਸਿੰਪਲ ਜੀ ਗੱਲ ਕਹੂੰਗਾ, ਉਹ ਸੁਮੇਧ ਸੈਣੀ ਜਿਹੜਾ ਕਹਿਣਾ ਸੀ ਸਾਰਿਆਂ ਨੂੰ ਭਜਾਉਣਾ, ਅੱਜ ਆਪ ਭੱਜਦਾ ਕਰ ਗਿਆ। ਬਿਲਕੁਲ, ਤੇ ਰੱਬ ਦੇ ਘਰ ਦਾ ਇਨਸਾਫ। ਜੀ ਤੁਹਾਡੇ ਨਾਲ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਿਹੜੇ ਇਸ ਕੇਸ ਦੇ ਵਿੱਚ ਵਾਧਾ ਮਾਫ ਗਵਾਹ ਬਣੇ ਨੇ, ਇੰਸਪੈਕਟਰ ਨੇ, ਜਗੀਰ ਸਿੰਘ ਨੇ, ਇੱਕ ਹੋਰ ਮੁਲਾਜ਼ਮ ਹੈ, ਉਹਨਾਂ ਦੇ ਬਿਆਨ ਤੁਸੀਂ ਪੱਕੀ ਤਰ੍ਹਾਂ ਚੰਗੀ ਤਰ੍ਹਾਂ ਕਲਮਬੱਧ ਕੀਤੇ ਨੇ? ਕਿਉਂਕਿ ਕਈ ਵਾਰੀ ਪੁਲਿਸ ਮੁਲਾਜ਼ਮਾਂ ਦੇ ਉੱਪਰ ਇਸ ਤਰ੍ਹਾਂ ਦੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਜਦੋਂ ਉਹ ਇੱਧਰੋਂ ਉੱਧਰੋਂ ਖੱਬੇ ਸੱਜੇ ਤੋਂ ਕੋਈ ਦਬਾਅ ਪੈ ਜੇ ਤਾਂ ਆਪਣੇ ਬਿਆਨ ਤੋਂ ਪਲਟ ਵੀ ਜਾਂਦੇ ਰਹੇ ਨੇ। ਦੇਖੋ, ਇਹ ਜਿਹੜੇ ਵਾਦਾ ਮਾਫ ਗਵਾਹ ਹੁੰਦੇ ਆ ਉਹ ਐਕਿਊਜ਼ਡ ਹੁੰਦੇ ਆ। ਸੋ ਐਕਿਊਜ਼ਡ ਨੂੰ ਮਾਫੀ ਮਿਲੂਗੀ ਤਾਂ ਜੇ ਉਹ ਬਿਆਨ ਤੇ ਸਟੈਂਡ ਕਰੂਗਾ। ਬਿਆਨ ਕੋਰਟ ਦੇ ਵਿੱਚ ਹੋ ਗਏ, ਹੁਣ ਜੇ ਉਹ ਬਿਆਨ ਤੋਂ ਬਦਲਣਗੇ ਉਹ ਗਵਾਹ ਤੋਂ ਦੁਬਾਰਾ ਐਕਿਊਜ਼ ਬਣ ਜਾਣਗੇ। ਬਿਲਕੁਲ, ਉਹ ਤਾਂ ਆਪਣੇ ਪੈਰਾਂ ਤੋਂ ਕੁਲਹਾੜੀ ਮਾਰਨਗੇ ਜੇ ਉਹ ਹੁਣ ਮੁਕਰਨਗੇ। ਸੋ ਇਸ ਕਰਕੇ ਮੇਰੇ ਖਿਆਲ ਨਾਲ ਇੱਥੇ ਸਾਨੂੰ ਖਤਰਾ ਘੱਟ ਹੈ। ਔਰ ਦੂਜੀ ਗੱਲ, ਉਹਨਾਂ ਨੇ ਜਿਸ ਤਰ੍ਹਾਂ ਡਿਟੇਲ ਦਿੱਤੀ ਹੈ ਜ਼ਮੀਰ ਜਾਗਣ ਤੋਂ ਬਾਅਦ ਦਿੱਤੀ ਹੈ, ਮੇਰਾ ਨਹੀਂ ਖਿਆਲ ਹੁਣ ਇਸ ਏਜ ਤੇ ਇਹੋ ਜਿਹਾ ਕਦਮ ਚੁੱਕ ਕੇ ਪਬਲਿਕ ਦੇ ਵਿੱਚ ਜਿਹੋ ਜਿਹੀ ਉਹਨਾਂ ਦੀ ਥੋੜੀ ਛਵੀ ਸੁਧਰੀ ਹੈ, ਥੋੜਾ ਆਤਮਾ ਤੋਂ ਬੋਝ ਘਟਿਆ ਹੋਇਆ ਲੱਗਦਾ ਹੈ, ਜੋ ਮੇਰਾ ਨਹੀਂ ਖਿਆਲ ਉਹ ਦੁਬਾਰਾ ਮੁਕਰਨਗੇ। ਜੇ ਮੁਕਰਦੇ ਠੀਕ ਹੈ, ਐਕਿਊਜ਼ ਬਣ ਜਾਣਗੇ, ਅਸੀਂ ਤਿਆਰ ਹਾਂ। ਸੁਮੇਧ ਸੈਣੀ ਤੋਂ ਵੈਸੇ ਵੀ ਨਹੀਂ ਨਿਕਲਣ ਦੇਣਾ, ਉਹ ਤਾਂ ਮੇਨ ਐਕਿਊਜ਼ ਹੈ। ਔਰ ਇਹਦੇ ਨਾਲ ਟ੍ਰਾਇਲ ਭੁਗਤ ਲੈਣਗੇ। ਸਰ ਜ਼ਰੂਰ ਇਹ ਵੀ ਦੱਸੋ ਸਾਨੂੰ ਕਿ ਸੁਮੇਧ ਸੈਣੀ ਰਸੂਖਵਾਨ ਅਫਸਰ ਰਹੇ ਨੇ, ਵੱਡੇ ਅਹੁਦੇ ਤੇ ਰਹੇ ਨੇ, ਅਜੇ ਵੀ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਦਾ ਉਹ ਅਸਰ ਕਿਸੇ ਨਾ ਕਿਸੇ ਰੂਪ 'ਚ ਥੋੜੀ ਜਿਹੀ ਜ਼ੋਰ ਦੀ ਦੱਸੋਗੇ, ਮੈਨੂੰ ਬਿਲਕੁਲ ਨਹੀਂ ਸੁਣਾਈ ਦੇ ਰਿਹਾ ਜੀ। ਉਹਨਾਂ ਦਾ ਅਸਰ ਅਜੇ ਵੀ ਰਿਟਾਇਰ ਹੋਣ ਤੋਂ ਬਾਅਦ ਵੀ, ਉੱਚੇ ਅਹੁਦੇ ਤੋਂ ਹਟਣ ਤੋਂ ਬਾਅਦ ਵੀ ਕਿਸੇ ਨਾ ਕਿਸੇ ਰੂਪ 'ਚ ਕਾਇਮ ਰਹਿ ਰਿਹਾ ਹੋਵੇਗਾ ਔਰ ਕਿਸੇ ਨਾ ਕਿਸੇ ਰੂਪ 'ਚ ਸਿਆਸੀ ਆਗੂਆਂ ਦੀ ਸਰਪ੍ਰਸਤੀ ਰਹੀ ਹੋਵੇਗੀ। ਸੋ ਕੀ ਗਵਾਹਾਂ ਨੂੰ ਜਾਂ ਪੀੜਤ ਧਿਰ ਨੂੰ ਜਿਹੜਾ ਦਬਾਉਣ ਦੇ ਲਈ ਅਜੇ ਵੀ ਸੁਮੇਧ ਸੈਣੀ ਵੱਲੋਂ ਕਿਸੇ ਤਰ੍ਹਾਂ ਦੇ ਯਤਨ ਹੋ ਰਹੇ ਨੇ ਜਾਂ ਉਹ ਆਪਣੇ ਬਚਣ ਲਈ ਹਰ ਹੀਲਾ ਵਰਤ ਰਿਹਾ? ਦੇਖੋ, ਉਹ ਤਾਂ ਸੁਮੇਧ ਸਿੰਘ ਸੈਣੀ ਵੱਲੋਂ ਚੱਲਦੇ ਹੀ ਰਹਿਣਗੇ। ਉਹਨੇ ਐਸਐਸਪੀ ਹੁੰਦਿਆਂ ਸਿਟਿੰਗ ਹਾਈ ਕੋਰਟ ਜੱਜ ਨੂੰ ਧਮਕਾਇਆ ਸੀ, ਆਈਜੀ ਹੁੰਦਿਆਂ ਜੱਜਸ ਦੇ ਲੀਗਲੀ ਫੋਨ ਟੈਪ ਕਰਦੇ ਸੀ, ਬੰਦਿਆਂ ਨੂੰ ਐਲੀਮੀਨੇਟ ਉਹਨੇ ਕੀਤਾ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੀ ਰਿਪੋਰਟ ਹੈ ਪੁਆਇੰਟ ਤੇ, ਜਿਹਦੇ 'ਚ ਉਹਨਾਂ ਨੇ ਇਹ ਵੀ ਲਿਖਿਆ 2013 'ਚ ਕਿ ਇੰਡੀਆ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਸੁਮੇਧ ਸੈਣੀ ਵਰਗੇ ਹਿਊਮਨ ਰਾਈਟਸ ਵਾਇਲੇਟਰਸ ਡੀਜੀਪੀ ਬਣ ਰਹੇ ਹੈ। ਔਰ ਵਿਕਟਿਮ ਫੈਮਿਲੀਜ਼ ਦੀਆਂ ਉਹਨਾਂ ਨੇ ਸਟੇਟਮੈਂਟਸ ਵੀ ਰਿਕਾਰਡ ਕੀਤੀਆਂ, ਉਹਨਾਂ ਕੋਲ ਵਿਲੇजेस ਤੋਂ ਵਿਜ਼ਿਟ ਵੀ ਕੀਤਾ ਹੈ, ਉਹ ਰਿਪੋਰਟਸ ਲਿਖਿਆ ਹੈ। ਦਿੱਲੀ ਇਹਦੇ ਖਿਲਾਫ ਟ੍ਰਾਇਲ ਜਿਹੜੀ ਚੱਲ ਰਹੀ ਹੈ ਉਹਦੇ 'ਚ ਵੀ ਗਵਾਹਾਂ ਨੂੰ ਇਹਨੇ ਮੁਕਰਵਾਇਆ ਹੈ। ਸੋ ਉਹ ਸੁਮੇਧ ਸੈਣੀ ਦੀ ਐਕਸਪਰਟੀਜ਼ ਹੈ। ਇੱਥੇ ਵੀ ਉਹ ਕਰੂਗਾ, ਕਰ ਵੀ ਰਿਹਾ ਹੈ। ਪਰ ਅਖੀਰ ਦੇ ਵਿੱਚ ਗੱਲ ਉਹੀ ਆਉਂਦੀ ਹੈ, ਅਸੀਂ ਇਹਨਾਂ ਚੀਜ਼ਾਂ ਤੋਂ ਡੀਮੋਰਲਾਈਜ਼ ਨਹੀਂ ਹੁੰਦੇ। ਮੈਂ ਤਾਂ ਪੂਰਾ ਤਿਆਰ ਹਾਂ, ਉਹਨੇ ਜੋ ਕਰਨਾ ਕਰ ਲਿਆ, ਉਹਨੂੰ ਨਿਕਲਣ ਨਹੀਂ ਦਿੰਦਾ। ਮੈਂ ਇਸ ਗੱਲ ਤੇ ਬੜਾ ਕਲੀਅਰ ਹਾਂ। ਉਹਦਾ ਕਾਰਨ ਹੈ ਜਿਹੜੀ ਐਵੀਡੈਂਸ ਅੱਗੇ ਆ ਰਹੀ ਹੈ, ਜਿਹੜੇ ਗਵਾਹਾਂ ਨੇ ਮਿਸਿੰਗ ਚੇਨ ਪੂਰੀ ਕਰਵਾਈ ਹੈ, ਜਿਹੜੀ ਐਵੀਡੈਂਸ ਔਰ ਸਪੋਰਟਡ ਬਾਈ ਦੀ ਆਈ ਵਿਟਨੈਸ ਅਕਾਊਂਟ ਆ ਰਿਹਾ ਹੈ, ਉਹਦੇ ਨਾਲ ਸੈਣੀ ਦਾ ਸ਼ਿਕੰਜਾ ਬਹੁਤ ਵਧੀਆ ਕੱਸਿਆ ਗਿਆ ਹੈ। ਤਾਂ ਹੀ ਕੋਰਟ ਤੋਂ ਅਸੀਂ 302 ਲਾਉਣ ਦੀ ਐਪਲੀਕੇਸ਼ਨ ਲਾਈ ਸੀ, ਜਦੋਂ ਪੁਲਿਸ ਨੇ ਸ਼ੁਰੂ ਦੇ ਵਿੱਚ ਹੀ ਲਾ ਸਕਦੀ ਸੀ, ਪੁਲਿਸ ਇਹਨਾਂ ਨੇ ਨਹੀਂ ਲਾਈ। ਸੋ ਅਸੀਂ ਪ੍ਰੋਸੀਕਿਊਸ਼ਨ ਤੇ ਜਾਂ ਕਿਸੇ ਪੋਲੀਟੀਕਲ ਉਹਦੇ ਤੇ ਜਾਂ ਪੰਜਾਬ ਪੁਲਿਸ ਦੇ ਉੱਤੇ ਵੀ ਡਿਪੈਂਡ ਕਰਕੇ ਨਹੀਂ ਚੱਲ ਰਹੀ। ਮੈਂ ਜੋ ਵੀ ਕਰ ਰਿਹਾ ਐਜ਼ ਅ ਲਾਇਰ ਕਰ ਰਿਹਾ, ਇੰਡੀਪੈਂਡੈਂਟਲੀ ਕਰ ਰਿਹਾ, ਕੰਪਲੇਨੈਂਟ ਲਾਇਰ ਹੁੰਦਿਆਂ। ਇੱਕ ਲੀਗਲ ਇੰਪੈਡੀਮੈਂਟ ਹੁੰਦਾ ਕਿ ਜਦੋਂ ਅਸੀਂ ਕੋਰਟ ਦੇ ਵਿੱਚ ਆਰਗਿਊ ਕਰਨਾ ਹੁੰਦਾ ਹੈ ਤੇ ਜਿਹੜਾ ਪਬਲਿਕ ਪ੍ਰੋਸੀਕਿਊਟਰ ਹੁੰਦਾ ਉਹਦੇ ਨਾਲ ਕਰਨਾ ਹੁੰਦਾ ਹੈ ਕੰਪਲੇਨੈਂਟ ਕਾਉਂਸਲ ਦੀ। ਉਹ ਇੱਕ ਰਿਸਟ੍ਰਿਕਸ਼ਨ ਹੈ, ਅਦਰਵਾਈਜ਼ ਐਪਲੀਕੇਸ਼ਨ ਦੇ ਇੰਡੀਪੈਂਡੈਂਟ ਨੇ, ਸਾਰਾ ਕੁਝ ਇੰਡੀਪੈਂਡੈਂਟਲੀ ਕਰ ਰਿਹਾ। ਸੋ ਦੈਟ ਕਿਸੇ ਤੇ ਡਿਪੈਂਡ ਹੋ ਕੇ ਜਿਹੜਾ ਤੁਸੀਂ ਇੱਕ ਐਪਰੀਹੈਂਸ਼ਨ ਐਕਸਪ੍ਰੈਸ ਕਰ ਰਹੇ ਹੋ, ਉਹੋ ਜਿਹੀ ਐਪਰੀਹੈਂਸ਼ਨ ਮੇਰੇ ਵੀ ਦਿਮਾਗ 'ਚ ਹੈ, ਤਾਂ ਕਿ ਉਹ ਪ੍ਰੋਬਲਮ ਹੀ ਨਾ ਆਵੇ ਕਿਸੇ ਚੀਜ਼।
ਪ੍ਰਦੀਪ ਵਿਰਕ ਜੀ, ਤੁਸੀਂ ਇਸ ਕੇਸ ਤੇ ਬੜਾ ਬਾਰੀਕੀ ਦੇ ਨਾਲ ਕੰਮ ਕਰ ਰਹੇ ਹੋ ਕਿ ਤੁਹਾਡੇ ਨਾਲ ਕੋਈ ਇਹੋ ਜਿਹਾ ਕੋਈ ਦਬਾਅ ਜਾਂ ਇਹੋ ਜਿਹਾ ਕੁਝ ਤੁਹਾਨੂੰ ਕੋਈ ਧਮਕੀਆਂ ਵਗੈਰਾ ਇਹੋ ਜਿਹਾ ਤੁਹਾਡੇ ਨਾਲ ਵੀ ਕੁਝ ਵਾਪਰ ਰਿਹਾ? ਨਹੀਂ ਮੈਮ, ਮੈਨੂੰ ਕੋਈ ਧਮਕੀ ਨਹੀਂ ਅਜੇ ਤੱਕ ਆਈ, ਨਾ ਮੇਰੇ ਖਿਆਲ ਨਾਲ ਆਊਗੀ। ਇੰਨੀ ਰੈਪੂਟੇਸ਼ਨ ਮੈਂ ਆਪਣੀ ਬਣਾ ਚੁੱਕਿਆ, ਜੇ ਸੁਮੇਧ ਸਿੰਘ ਸੈਣੀ ਇੰਨੀ ਹਿੰਮਤ ਨਹੀਂ ਕਰੂਗਾ। ਔਰ ਦੇਖੋ, ਜੇ ਉਹਨੂੰ ਲੱਗਦਾ ਹੈ ਕਿ ਉਹ ਮੈਨੂੰ ਧਮਕਾ ਸਕਦਾ ਹੈ, ਮੈਨੂੰ ਡਰਾ ਸਕਦਾ ਹੈ, so then I would love to see him try that. ਤੇ ਹੁਣ ਉਹਦਾ ਵੀ ਵਹਿਮ ਨਿਕਲ ਕੇ ਤੁਹਾਡੇ ਦਰਸ਼ਕਾਂ ਦਾ ਵੀ ਨਿਕਲ ਜੇ ਜੀ। ਤੇ ਹੁਣ ਇੰਨੀ ਜੈਡ ਸਿਕਿਉਰਿਟੀ ਚ ਉਹਨਾਂ ਦਾ ਫਰਾਰ ਹੋ ਜਾਣਾ, ਉਹਨਾਂ ਦਾ ਉੱਥੋਂ ਨੱਠ ਜਾਣਾ, ਤੇ ਹੁਣ ਸਿਸਟਮ ਦੇ ਨਾਲ ਕੀ ਅਗਲੀ ਕੀ ਕਾਰਵਾਈ ਹੋਵੇਗੀ? ਥੋੜਾ ਜਿਹਾ ਇਹਦੇ ਤੇ ਡੀਟੇਲ ਚ ਦੱਸੋ ਸਾਨੂੰ। ਇਹ ਬਸ ਮੈਡਮ, ਜ਼ੈਡ ਪਲੱਸ ਸਿਕਿਉਰਿਟੀ ਨੂੰ ਦਿੱਤੀ ਕਿਉਂ ਹੈ ਜਦੋਂ ਬਿਨਾਂ ਸਿਕਿਉਰਿਟੀ ਤੋਂ ਭੱਜਿਆ? ਬਹੁਤ ਵੱਡਾ ਸਵਾਲ ਹੈ ਜੀ। ਚਾਹੀਦੀ ਹੁੰਦੀ ਹੈ ਨਾਲ ਲੈ ਕੇ ਜਾਂਦਾ ਨਾ, ਉਹ ਸਿਕਿਉਰਿਟੀ ਚਾਹੀਦੀ ਨਹੀਂ। ਇਹ ਤਾਂ ਸਰਕਾਰ ਨੇ ਉਹਨੂੰ ਦਿੱਤੀ ਹੈ, ਕਿਉਂ ਦਿੱਤੀ ਹੈ ਮੈਨੂੰ ਨਹੀਂ ਪਤਾ। ਮੇਰਾ ਤਾਂ ਓਪੀਨੀਅਨ ਸਿਕਿਉਰਿਟੀ ਵਿਡਰਾਅ ਹੋਣੀ ਚਾਹੀਦੀ ਹੈ। ਦੂਜੀ ਗੱਲ, ਕਿਵੇਂ ਪੋਸੀਬਲ ਹੈ ਕਿ ਜਿਹਨੂੰ ਜ਼ੈਡ ਪਲੱਸ ਕੈਟੇਗਰੀ ਦੀ ਸਿਕਿਉਰਿਟੀ ਮਿਲੀ ਹੋਈ ਹੈ, ਉਹ ਘਰੋਂ ਨਿਕਲ ਕੇ ਭੱਜ ਗਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਜੀ? ਮਤਲਬ ਇਹ ਤਾਂ ਸੋਚਣ ਵਾਲੀ ਗੱਲ ਹੈ ਜੀ। ਬਿਲਕੁਲ। ਜ਼ੈਡ ਪਲੱਸ ਸਿਕਿਉਰਿਟੀ ਮਿਲੀ ਹੋਈ ਹੈ ਤੇ ਇੰਟੈਲੀਜੈਂਸ ਵਾਲਿਆਂ ਨੇ ਜੇ ਫੜਨਾ ਹੈ ਜਾਂ ਵਾਚ ਨਹੀਂ ਰੱਖੀ ਹੋਣੀ, ਪਹਿਲਾਂ ਸਿਕਿਉਰਿਟੀ ਵਾਲਿਆਂ ਨੇ ਇਨਫੋਰਮ ਨਹੀਂ ਕੀਤਾ ਹੋਣਾ ਕਿ ਸਾਨੂੰ ਬਿਨਾਂ ਦੱਸੇ ਕਿਤੇ ਜਾ ਰਹੇ ਹੈ। ਅੱਛਾ, ਜਿੱਥੇ ਉਹ ਰਹਿ ਰਿਹਾ ਹੋਣਾ ਹੈ ਉੱਥੇ ਵੀ ਸਿਕਿਉਰਿਟੀ ਹੋਣੀ ਹੈ। ਜਿੰਨਾ ਉਹ ਡਰਪੋਕ ਹੈ, ਬਿਨਾਂ ਸਿਕਿਉਰਿਟੀ ਦੇ ਰਹੂਗਾ ਨਹੀਂ। ਤੁਸੀਂ ਇਹ ਮੰਨ ਸਕਦੇ ਹੋ ਕਿ ਪੰਜਾਬ ਪੁਲਿਸ ਵਿੱਚ ਕਿਸੇ ਵੀ ਬੰਦੇ ਨੂੰ ਨਹੀਂ ਪਤਾ ਉਹ ਕਿੱਥੇ ਹੈ। ਇੰਨਾ ਇੰਟੈਲੀਜੈਂਸ ਵਿੰਗ ਹੈ, ਕੋਈ ਵਾਚ ਨਹੀਂ ਰੱਖ ਸਕਿਆ ਆਪਣੇ ਆਪ ਚ। ਆਈਟੀ ਤੋਂ, ਇੰਟੈਲੀਜੈਂਸ ਬਿਊਰੋ ਤੋਂ ਨਹੀਂ ਪਤਾ ਕਰਾ ਸਕੇ ਕਿ ਕਿੱਥੇ ਸੁਮੇਧ ਸੈਣੀ ਹੈ। ਤਾਂ ਸਾਰੀਆਂ ਦੇਖੋ ਕਹਿਣ ਦੀਆਂ ਗੱਲਾਂ ਹੈ, ਪਰ ਉਹਨਾਂ ਤੇ ਰਿਲਾਈ ਅਪਨ ਕਰਕੇ ਮੈਂ ਡੀਮੋਰਲਾਈਜ਼ ਨਹੀਂ ਹੋ ਸਕਦਾ, ਆਪਣੀ ਹਿੰਮਤ ਘੱਟ ਨਹੀਂ ਕਰ ਸਕਦਾ, ਔਰ ਐਫਰਟ ਨੂੰ ਮਤਲਬ ਐਫਰਟ ਤੇ ਪਾਣੀ ਨਹੀਂ ਫਿਰਨ ਦੇ ਸਕਦਾ। ਐਸਆਈਟੀ ਦੀ ਕ੍ਰੈਡੀਬਿਲਿਟੀ ਹੈ, ਪੰਜਾਬ ਪੁਲਿਸ ਦੀ ਕ੍ਰੈਡੀਬਿਲਿਟੀ ਹੈ, ਜੇ ਉਹ ਇਹਨੂੰ ਨਹੀਂ ਫੜਦੇ। 3 ਦਿਨ ਮਿਲ ਗਏ ਇਹਨਾਂ ਨੂੰ, ਇਹਨਾਂ ਨੇ 3 ਦਿਨਾਂ 'ਚ ਨਹੀਂ ਫੜਿਆ। ਉਸ ਤੋਂ ਪਹਿਲਾਂ 2 ਵਾਰੀ ਅੱਧੇ ਦਿਨ ਮਿਲੇ, ਇਹਨਾਂ ਨੇ ਨਹੀਂ ਫੜਿਆ। ਹੁਣ ਇਹਨਾਂ ਤੇ ਗੱਲ ਆਉਂਦੀ ਹੈ। ਆਪਣੇ ਹਿੱਸੇ ਦਾ ਕੰਮ ਐਜ਼ ਅ ਲਾਇਰ ਮੈਂ ਕਰ ਰਿਹਾ, ਕਰਦਾ ਰਹਾਂਗਾ। ਜੋ ਇਹ ਲੈਕੂਨਾ ਛੱਡਣਗੇ, ਜੋ ਵਿੱਚ ਲੂਪਹੋਲ ਛੱਡਣਗੇ, ਮੈਂ ਉਹਨਾਂ ਨੂੰ ਪਲੱਗ ਵੀ ਕਰਾਂਗਾ, ਕਰਦਾ ਵੀ ਆਇਆ, ਅੱਗੇ ਵੀ ਕਰਾਂਗੇ। ਪਰ ਇਹ ਇਹਨਾਂ ਦੇ ਹਿੱਸੇ ਦੀ ਡਿਊਟੀ ਹੈ, ਉਹਦੇ 'ਚ ਮੈਂ ਕੁਝ ਕਰ ਹੀ ਨਹੀਂ ਸਕਦਾ। ਇੱਕ ਵਕੀਲ ਨੂੰ ਆਪਣਾ ਕੇਸ ਸਿਰੇ ਚੜਾਉਣ ਲਈ, ਸਫਲ ਬਣਾਉਣ ਦੇ ਲਈ ਗਵਾਹਾਂ ਦੀ ਲੋੜ ਹੁੰਦੀ ਆ ਜੀ। ਕੁਝ ਗਵਾਹ ਤੁਹਾਡੇ ਕੋਲ ਆ ਚੁੱਕੇ ਨੇ। ਸਾਡੇ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਘੇਰਾ ਬਹੁਤ ਵਿਆਪਕ ਹੈ। ਕੈਨੇਡਾ, ਅਮਰੀਕਾ ਦੇ ਵਿੱਚ ਤੁਹਾਨੂੰ ਸੁਣਿਆ ਤੇ ਦੇਖਿਆ ਜਾ ਰਿਹਾ ਹੈ। ਪੰਜਾਬੀ ਡਾਇਸਪੋਰਾ ਤੁਹਾਨੂੰ ਸੁਣ ਰਿਹਾ ਹੈ। ਜੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਕਰਨੀ ਹੋਵੇ ਤਾਂ ਕੀ ਅਸੀਂ ਤੁਹਾਡਾ ਸੰਪਰਕ ਨੰਬਰ ਇੱਥੋਂ ਅਨਾਉਂਸ ਕਰ ਸਕਦੇ ਹਾਂ ਜੀ, ਦੇ ਸਕਦੇ ਹਾਂ? ਕੋਈ ਇਹਦੇ ਬਾਰੇ ਦੱਸ ਸਕਦਾ? ਬਿਲਕੁਲ ਕਰ ਦਿਓ, ਕੋਈ ਦਿੱਕਤ ਹੀ ਨਹੀਂ। ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਗਵਾਹ ਮੀਡੀਆ ਦੇ, ਸੋਸ਼ਲ ਮੀਡੀਆ ਤੇ ਆ ਕੇਸ ਬਾਰੇ ਡਿਟੇਲਸ ਲੈ ਕੇ ਅੱਗੇ ਆਏ ਹੈ। ਇੱਕ ਰਾਜੇਸ਼ ਰਾਜਾ ਨਾਂ ਦੇ ਬੰਦੇ ਨੇ ਕਿਤੇ ਅਖਬਾਰ 'ਚ ਪੜ੍ਹਿਆ, ਉਹ ਰਾਤ ਲੌਕਅਪ ਦੇ ਵਿੱਚ ਸੀ, ਉਹਨੇ ਆ ਕੇ ਆਈ ਵਿਟਨੈਸ ਅਕਾਊਂਟ ਦਿੱਤਾ ਹੈ। 1-2 ਹੋਰ ਲੋਕਾਂ ਨੇ ਕੰਟੈਕਟ ਕੀਤਾ, ਜਿਨ੍ਹਾਂ ਨੂੰ ਫਿਰ ਮੈਂ ਕਿਹਾ ਜੀ ਤੁਸੀਂ ਐਸਆਈਟੀ ਕੋਲ ਬਿਆਨ ਦਿਓ। ਇਹ ਤਾਂ ਬਹੁਤ ਰੈਲੇਵੈਂਟ ਹੈ, ਕਿਉਂਕਿ ਜਿੰਨੇ ਇਸ ਕੇਸ ਦੇ ਵਿੱਚ ਆਈ ਵਿਟਨੈਸ ਹੈਗੇ ਹੈ, 70 ਵਿਟਨੈਸ ਸੀਬੀਆਈ ਨੇ ਐਗਜ਼ਾਮਿਨ ਕੀਤਾ। ਹੁਣ ਤੱਕ 70 ਵਿਟਨੈਸ ਅੱਗੇ ਹੀ ਨਹੀਂ ਆਏ। ਉਹ 70 ਕਿਹੜੇ ਹੈ, ਕਿੰਨੇ ਲੋਕ ਹੋਰ ਅੱਗੇ ਆਉਂਦੇ? ਅਸੀਂ ਤਾਂ ਮੈਂ ਤਾਂ ਚਾਹੁੰਦਾ ਐਜ਼ ਅ ਲਾਇਰ ਕਿ ਉਹ ਅੱਗੇ ਆਉਣ, ਕੋਰਟ ਦੇ ਸਾਹਮਣੇ ਸੱਚਾਈ ਬਿਆਨ ਕਰਨ। ਔਰ ਜੇ ਕਿਸੇ ਕੋਲ ਹੋਰ ਵੀ ਸੁਮੇਧ ਸੈਣੀ ਦੇ ਖਿਲਾਫ ਕੋਈ ਮਟੀਰੀਅਲ ਹੈ, ਕਿਸੇ ਹੋਰ ਕੇਸ ਦੀ ਡਿਟੇਲ ਹੈ, ਉਹ ਵੀ ਅੱਗੇ ਆ ਕੇ ਦੇਣ, ਤਾਂ ਕਿ ਇਸ ਬੰਦੇ ਦਾ ਅਸਲੀ ਚਿਹਰਾ ਪਬਲਿਕ ਦੇ ਸਾਹਮਣੇ ਰੱਖੀਏ ਕਿ ਇਹਨੇ ਅੱਤਵਾਦੀ ਨਹੀਂ ਮਾਰੇ। ਅੱਤਵਾਦੀ ਮਾਰਨ ਦਾ ਵੀ ਪੁਲਿਸ ਨੂੰ ਹੱਕ ਨਹੀਂ ਹੈ। ਇਹਨੇ ਅੱਤਵਾਦ ਦੇ ਨਾਲ ਲੜਨ ਦੇ ਨਾਂ ਤੇ ਇਨੋਸੈਂਟ ਬੰਦੇ ਮਾਰੇ ਹੈ। ਇਹਦੀ ਵਰਦੀ ਦਾਗਦਾਰ ਨਹੀਂ ਹੈ, ਖੂਨ ਨਾਲ ਭਰੀ ਹੋਈ ਹੈ, ਇਨੋਸੈਂਟ ਲੋਕਾਂ ਦੇ ਖੂਨ ਨਾਲ ਭਰੀ ਹੈ। ਮੈਂ ਇਹਨੂੰ ਅਨਮਾਸਕ ਕਰ ਰਿਹਾ ਪਬਲਿਕ। ਜਿਹੜੀ ਸੱਚਾਈ ਤੁਹਾਡੀ ਸਾਰੀ ਜਿਹੜੇ ਸਰੋਤਾ ਨੇ, ਤੁਹਾਡੇ ਦਰਸ਼ਕ ਨੇ, ਉਹ ਸਾਰੇ ਜਾਣਦੇ ਆ। ਜਿਹੜੀ ਸੱਚਾਈ ਤੁਸੀਂ ਜਾਣਦੇ ਹੋ, ਮੈਂ ਜਾਣਦਾ। ਅੱਜ ਉਹ ਸੱਚਾਈ ਅਸੀਂ ਕੋਰਟ ਦੇ ਸਾਹਮਣੇ ਔਨ ਰਿਕਾਰਡ ਰੱਖ ਰਹੇ ਹਾਂ। ਇਹਦੀ ਹੈਵਾਨੀਅਤ ਐਕਸਪੋਜ਼ ਕੀਤੀ ਹੈ ਕੋਰਟ ਦੇ ਸਾਹਮਣੇ ਕਿ ਕਿੰਨੀ ਘਟੀਆ ਕਿਸਮ ਦਾ ਇਹਦਾ ਟੌਰਚਰ ਸੀ। ਹੁਣ ਇਹਦੇ ਕੋਲ, ਸੁਮੇਧ ਸੈਣੀ ਕੋਲ, ਹਾਈ ਕੋਰਟ ਤੋਂ ਮਗਰੋਂ ਵੀ ਕੋਈ ਰਸਤਾ ਬਚੇਗਾ ਜੀ? ਕੱਲ੍ਹ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਹਾਈ ਕੋਰਟ ਤੋਂ ਵੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਸਕਦੀ ਹੈ। ਜੇ ਹੋਗੀ ਰੱਦ ਤੇ ਮੇਰੇ ਖਿਆਲ ਨਾਲ ਤੁਸੀਂ ਵੀ ਖੁਸ਼ ਬੈਠੇ ਹੋਵੋਗੇ, ਮੈਂ ਵੀ। ਦਰਸ਼ਕਾਂ ਦੇ ਤਾਂ ਕੀ ਕਹਿਣੇ ਜਿਹੜੇ ਅਰਦਾਸ ਕਰ ਰਹੇ ਆ। ਸੋ ਦੂਜੇ ਪਾਸੇ ਜੇ ਕੁਛ ਐਡਵਰਸ ਹੁੰਦਾ ਹੈ, ਅਸੀਂ ਲੜਦੇ ਆਏ ਹਾਂ, ਅੱਗੇ ਵੀ ਲੜਾਂਗੇ। ਜੇ ਰੱਦ ਹੋ ਗਈ, ਇਹ ਸੁਪਰੀਮ ਕੋਰਟ ਜਾਊਗਾ।
ਅਸੀਂ ਹਰ ਕਦਮ ਤੇ ਤਿਆਰ ਬੈਠੇ ਹਾਂ। ਜੀ ਬਿਲਕੁਲ। ਸੋ ਪ੍ਰਦੀਪ ਜੀ ਅਸੀਂ ਤੁਹਾਡਾ ਨੰਬਰ ਜ਼ਰੂਰ ਅਨਾਉਂਸ ਕਰਾਂਗੇ, ਕਿਉਂਕਿ ਕੈਲੀਫੋਰਨੀਆ US ਦੀ ਧਰਤੀ ਤੇ, ਪੂਰੇ ਕੈਨੇਡਾ ਦੀ ਧਰਤੀ ਤੇ, ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਪ੍ਰੋਗਰਾਮ ਨੂੰ ਦੇਖਿਆ ਜਾਣਾ, ਸ਼ਾਇਦ ਲੋਕਾਂ ਦਾ ਕਿਸੇ ਦੇ ਮਨ ਦੇ ਵਿੱਚ ਹੋਵੇ, ਕਿਸੇ ਦਾ ਜ਼ਮੀਰ ਜਾਗੇ ਤੇ ਤੁਹਾਨੂੰ ਹੋਰ ਵਿਟਨੈਸ ਇਹਨਾਂ ਦੇ ਖਿਲਾਫ ਮਿਲ ਸਕਣ, ਜਿਹੜੇ ਕਿਤੇ ਨਾ ਕਿਤੇ ਸੱਚ ਨੂੰ ਦਿਲਾਂ ਦੇ ਵਿੱਚ ਦੱਬੀ ਬੈਠੇ ਆ ਤੇ ਉਹ ਇਹ ਸੱਚ ਨੂੰ ਤੁਹਾਡੇ ਤੱਕ ਬਾਹਰ ਕੱਢਣਗੇ। ਸੋ ਮੈਂ ਤੁਹਾਡਾ ਨੰਬਰ ਰਿਪੀਟ ਕਰਨਾ ਚਾਹੁੰਦੀ ਹਾਂ ਜੀ, 9988699100। ਸੋ ਇਹ ਇਹਨਾਂ ਦਾ ਨੰਬਰ ਆ ਪ੍ਰਦੀਪ ਵਿਰਕ ਹੋਣਾ ਦਾ, ਔਰ ਇਹਦੇ ਤੇ ਜਿਹੜਾ ਵੀ ਕਾਲ ਕਰਕੇ ਇਹਨਾਂ ਦੇ ਨਾਲ ਕੋਈ ਇਨਫੋਰਮੇਸ਼ਨ ਦੇਣੀ ਚਾਹੁੰਦਾ ਆ ਤੇ ਉਹ ਦੇ ਸਕਦਾ ਹੈ। ਅਸੀਂ ਅੱਗੇ ਜਾ ਕੇ ਫਿਰ ਇੱਕ ਵਾਰੀ ਨੰਬਰ ਜ਼ਰੂਰ ਰਿਪੀਟ ਕਰਾਂਗੇ। ਤੇ ਆਪਣੇ ਵੱਲੋਂ ਪ੍ਰਦੀਪ ਵਿਰਕ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੂਰੀ ਪੰਜਾਬੀ ਕਮਿਊਨਿਟੀ ਨੂੰ, ਜਿੱਥੇ ਜਿੱਥੇ ਦੁਨੀਆ 'ਚ ਸਾਨੂੰ ਦੇਖਿਆ ਜਾ ਰਿਹਾ, ਕੀ ਮੈਸੇਜ ਆ ਤੁਹਾਡੇ ਵੱਲੋਂ ਲੋਕਾਂ ਦੇ ਲਈ? ਮੈਂ ਬੜਾ ਸਿੰਪਲ ਜਿਹਾ ਮੈਸੇਜ ਮੈਂ ਦੇਣਾ ਚਾਹੁੰਦਾ। ਸੁਮੇਧ ਸਿੰਘ ਸੈਣੀ ਵਰਗੇ ਅਫਸਰ ਕਿਉਂ ਇੰਨਾ ਰਾਈਜ਼ ਕਰ ਜਾਂਦੇ ਆ, ਇਹਦਾ ਇੱਕੋ ਹੀ ਕਾਰਨ ਹੈ, ਅਸੀਂ ਲੜਨ ਦੀ ਜਗ੍ਹਾ ਬੇਅਰ ਕਰਨਾ ਸਿੱਖ ਗਏ ਹਾਂ। ਗੁਰੂ ਸਾਹਿਬ ਨੇ ਸਾਨੂੰ ਝੁਕਣਾ ਨਹੀਂ ਸਿਖਾਇਆ ਸੀ, ਸਾਨੂੰ ਜਿਹੜੀ ਐਟਰੋਸਿਟੀਜ਼ ਹੁੰਦੀਆਂ ਉਹਦੇ ਖਿਲਾਫ ਖੜੇ ਹੋਣਾ, ਲੜਨਾ ਸਿਖਾਇਆ ਸੀ। ਅਸੀਂ ਉਹ ਆਪਣੇ ਮਨੋਂ ਆਪਣੇ ਕੱਢਤੀ ਹੈ, ਉਹ ਪ੍ਰਿੰਸੀਪਲਸ ਕੱਢਤੇ ਹੈ। ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀ ਦੇਖ ਸ਼ਿਵਾ ਬਰ ਮੋਹ ਹੈ, शुभ कर्मन से कभू न डरो न डरो, अरसों जब जाए लगो, निश्चय कर अपनी जीत करो। सानू ਉਹ ਰਾਹ ਫੜਨਾ ਹੈ, ਸਾਨੂੰ ਜਿੱਤ ਸੱਚਾਈ ਦੀ ਇਨਸ਼ੋਰ ਕਰਨੀ ਹੈ। ਸਾਡੇ ਗੁਰੂ ਸਾਹਿਬ ਸਾਨੂੰ ਉਹ ਰਾਹ ਦੇ ਗਏ। ਜਿਹੜੇ ਤੁਹਾਡੇ ਦਰਸ਼ਕ ਇਹ ਸੋਚਦੇ ਹੈ ਕਿ ਵੀ ਸੈਣੀ ਬਹੁਤ ਦਲੇਰ ਅਫਸਰ ਸੀ, ਉਹ ਕਾਇਰ ਸੀ, ਕਾਇਰ ਹੈ ਔਰ ਕਾਇਰ ਰਹੂਗਾ। ਇਹੋ ਜਿਹੇ ਅਫਸਰਾਂ ਦੀ ਇੱਕ ਐਗਜ਼ਾਮਪਲ ਸੈੱਟ ਕਰਨੀ ਜ਼ਰੂਰੀ ਹੈ ਤਾਂ ਕਿ ਕਾਨੂੰਨ ਦਾ ਡਰ ਲੋਕਾਂ ਦੇ ਵਿੱਚ, ਵਰਦੀ ਨੂੰ ਮਿਸਯੂਜ਼ ਕਰਨ ਵਾਲਿਆਂ ਦੇ ਵਿੱਚ ਬਰਾਬਰ ਹੋ ਗਏ। ਇਹ ਨਹੀਂ ਕਿ ਪਬਲਿਕ ਵਾਸਤੇ ਹੋਰ ਕਾਨੂੰਨ ਹੈ ਔਰ ਵਰਦੀ ਵਾਲਿਆਂ ਲਈ ਹੋਰ ਹੈ। ਸੋ ਅਰਦਾਸ ਕਰੋ ਅਸੀਂ ਫਤਿਹ ਹਾਸਿਲ ਕਰੀਏ। ਤੁਹਾਡੀ ਅਰਦਾਸਾਂ ਮੇਰੀ ਤਾਕਤ ਨੇ ਔਰ ਇਹ ਲੜਾਈ ਅਸੀਂ ਇਕੱਠੇ ਲੜੀਏ ਔਰ ਫਤਿਹ ਹਾਸਿਲ ਕਰੀਏ। ਔਰ ਕਿਤੇ ਵੀ ਤਸ਼ੱਦਦ ਹੋਵੇ ਅਸੀਂ ਲੜੀਏ ਉਸ ਦੇ ਖਿਲਾਫ ਦੁਨੀਆ ਦੇ ਹਰ ਕੋਨੇ 'ਚ। ਜੀ ਗੁਰੂ ਸਾਹਿਬ ਨੇ ਸਿੱਖ ਕੌਮ ਤਾਂ ਕ੍ਰੀਏਟ ਕੀਤੀ ਜੀ। ਥੈਂਕ ਯੂ ਪ੍ਰਦੀਪ ਵਿਰਕ ਜੀ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਸਾਰੀ ਕਹਿ ਲਓ ਕਿ ਸਾਰੇ ਲੋਕ ਤੁਹਾਡੇ ਨਾਲ ਨੇ। ਕਹਿੰਦੇ ਸੱਚਾਈ ਦੀ ਹੀ ਜਿੱਤ ਹੋਵੇਗੀ ਅੰਤ ਦੇ ਵਿੱਚ। ਸੋ ਹਮੇਸ਼ਾ ਹੀ ਡਟੇ ਰਹੋ ਜੀ। ਇਹੋ ਜਿਹੇ ਲੋਕਾਂ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਆ ਜਿਨ੍ਹਾਂ ਨੇ ਲੋਕਾਂ ਤੇ ਤਸ਼ੱਦਦ ਕੀਤੇ ਆ। ਪਰ ਤੁਸੀਂ ਇੰਨੀ ਲੇਟ ਸਾਡੇ ਨਾਲ ਪੰਜਾਬ ਤੋਂ ਲਾਈਵ ਹੋ ਕੇ ਇਹ ਗੱਲ ਸਾਂਝੀ ਕੀਤੀ, ਸੋ ਬਹੁਤ ਦਿਲੋਂ ਧੰਨਵਾਦ ਜੀ ਤੁਹਾਡਾ। ਤੇ ਸਾਡੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਬਰਾੜ ਸਾਹਿਬ, ਬੜੀ ਮਾੜੀ ਗੱਲ ਆ ਕਿ ਸਿਸਟਮ ਦੇ ਨਾਲ ਖਿਲਵਾੜ ਲੋਕੀ ਕਿਵੇਂ ਕਰ ਲੈਂਦੇ ਨੇ, ਔਰ ਇੰਨੀ ਜੈਡ ਸਿਕਿਉਰਿਟੀ ਚੋਂ ਬੰਦਾ ਨਿਕਲ ਕੇ ਭੱਜ ਗਿਆ। ਸੋ ਇਹ ਵੀ ਬੜਾ ਵੱਡਾ ਸਵਾਲ ਪ੍ਰਦੀਪ ਹੋਣਾ ਨੇ ਕਿਹਾ ਕਿ ਕੋਈ ਮਿਲੀ ਭੁਗਤ ਤਾਂ ਹੋਵੇਗੀ। ਦੇਖੋ ਜੀ, ਸਿਸਟਮ ਵੀ ਬੰਦਿਆਂ ਨਾਲ ਹੀ ਬਣਦੇ ਨੇ। ਜੇ ਸਾਰਾ ਸਿਸਟਮ ਹੀ ਗੂਗਲ ਹੋ ਜੇ ਜੀ ਤਾਂ ਫਿਰ ਸਿਸਟਮ ਰਹੇ ਹੀ ਨਾ। ਸਿਸਟਮ ਤੋਂ ਲੋਕਾਂ ਦਾ ਭਰੋਸਾ ਟੁੱਟਦਾ ਰਹਿੰਦਾ, ਫਿਰ ਬਹਾਲ ਹੁੰਦਾ ਰਹਿੰਦਾ। ਅਦਾਲਤਾਂ 'ਚੋਂ ਇਨਸਾਫ ਜਲਦੀ ਹਾਸਲ ਨਹੀਂ ਹੁੰਦਾ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਜਿਹੜੇ ਕਰੀ ਜਾਣੇ ਕਦੋਂ ਤੱਕ ਇੱਥੇ ਖੜੇ ਰਹਿਣਗੇ। ਸੋ ਅਦਾਲਤਾਂ ਤੋਂ ਇਨਸਾਫ ਲੈਣਾ, ਉਹ ਵੀ ਰਸੂਖਵਾਨਾਂ ਖਿਲਾਫ ਕੇਸ ਲੜ ਕੇ ਇਨਸਾਫ ਲੈਣਾ ਪੀੜਤ ਧਿਰ ਲਈ, ਇਹ ਬੜਾ ਔਖਾ ਕੰਮ ਹੈ। ਪ੍ਰਦੀਪ ਵਿਰਕ ਵਰਗੇ ਉਤਸ਼ਾਹੀ ਨੌਜਵਾਨ ਨੇ, ਜਿਹੜੇ ਵਿਰਲੇ ਨੇ, ਹਨੇਰੇ 'ਚ ਦੀਵਾ ਬਲ ਰਹੇ ਨੇ, ਆਸ ਦੀ ਜਿਹੜੀ ਕਿਰਨ ਬਣੇ ਹੋਏ ਨੇ, ਉਹਨਾਂ ਨੇ ਇਨਸਾਫ ਲੈਣ ਦੇ ਲਈ ਜਦੋਜਹਿਦ ਸ਼ੁਰੂ ਕੀਤੀ ਹੈ। ਤੇ ਲੋਕਾਂ ਦਾ ਵੀ ਸਮੂਹਿਕ ਰੂਪ ਦੇ ਵਿੱਚ ਇਹੋ ਜਿਹੇ ਉਤਸ਼ਾਹੀ ਨੌਜਵਾਨਾਂ ਦੇ ਨਾਲ ਖੜੇ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਉਹ ਖੁਦ ਕਹਿ ਕੇ ਗਏ ਨੇ ਕਿ ਫਿਰ ਹੌਸਲਾ ਬਣਦਾ ਇਹਦੇ ਨਾਲ। ਔਰ ਜਿਹੜੇ ਅਦਾਲਤਾਂ 'ਚ ਕੇਸ ਨੇ ਉਹ ਗਵਾਹੀਆਂ 'ਤੇ ਮੁਨਸਰ ਕਰਦੇ ਨੇ, ਗਵਾਹੀਆਂ ਹੁਣ ਭੁਗਤੀਆਂ ਜਾ ਰਹੀਆਂ ਨੇ। ਔਰ ਦੇਖੋ ਉਹ ਵੀ ਹੁਣ ਦਿਨ ਘੁੰਮ ਰਹੇ ਨੇ ਕਿਵੇਂ ਕਿ Z+ ਸਿਕਿਉਰਿਟੀ ਛੱਡ ਕੇ ਉਹਨੂੰ ਫਰਾਰ ਹੋਣਾ ਪੈ ਰਿਹਾ। ਅਖਬਾਰਾਂ ਦੀਆਂ TV ਚੈਨਲਾਂ 'ਤੇ ਸੁਰਖੀਆਂ ਬਣ ਰਹੀਆਂ ਨੇ ਕਿ ਸੁਮੇਧ ਸੈਣੀ ਫਰਾਰ ਹੋ ਗਿਆ, ਸੁਮੇਧ ਸੈਣੀ ਭੱਜ ਗਿਆ। ਇਹ ਛੋਟੀ ਗੱਲ ਨਹੀਂ ਹੈ। ਐਡੇ ਵੱਡੇ ਅਫਸਰ ਦਾ ਐਂ ਕਾਇਰਾਂ ਵਾਂਗ ਭੱਜ ਕੇ ਲੁੱਕ ਕੇ ਦਿਨ ਕੱਟੀ ਕਰਨਾ ਆਪਣੇ ਆਪ ਦੇ ਵਿੱਚ ਇਹ ਇਨਸਾਫ ਦੀ ਹੀ ਇੱਕ ਤਰ੍ਹਾਂ ਨਾਲ ਜਿੱਤ ਸਮਝੀ ਜਾ ਰਹੀ ਹੈ। ਕੱਲ੍ਹ ਨੂੰ ਇਸ ਵੇਲੇ ਤੱਕ ਪਤਾ ਲੱਗ ਜਾਏਗਾ ਜੀ, ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਹੋਣੀ ਹੈ, ਉਹਦਾ ਫੈਸਲਾ ਕੱਲ੍ਹ ਨੂੰ ਆ ਜਾਏਗਾ ਤੇ ਅਸੀਂ ਤੁਹਾਨੂੰ ਨਾਲੋਂ ਨਾਲ ਅਪਡੇਟ ਕਰਦੇ ਰਹਾਂਗੇ ਜੀ। ਸਾਡੇ ਨਾਲ ਇੱਕ ਕਾਲਰ ਹੈ ਜੀ, ਇਹਨਾਂ ਨਾਲ ਗੱਲ ਕਰ ਲੈਂਦੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ TV ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਰਾੜ ਸਾਹਿਬ ਜੀ, ਭੈਣ ਜੀ
ਸਤਿ ਸ੍ਰੀ ਅਕਾਲ ਬੱਚੀ ਸੁਣਨ ਵਾਲੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ। ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਠਾ ਜੀ। ਜੀ। ਬਹੁਤ ਹੀ ਧੰਨਵਾਦ ਆਪਣੇ ਵਿਰਕ ਸਾਹਿਬ ਦਾ, ਜੋ ਲਾਇਰ ਆਪਣੇ ਕੰਮ ਕਰ ਰਹੇ ਨੇ ਇਹਦੇ ਉੱਤੇ। ਬੜੀ ਪੰਜਾਬੀਅਤ ਤੇ ਦੁਖੀ ਸੀ ਇਸ ਬੰਦੇ ਤੋਂ। ਆਪਣਾ ਘਰ ਬਾਹਰ ਛੱਡ ਕੇ ਬਾਹਰਲੀਆਂ ਕੰਟਰੀਆਂ ਚਾਹੇ ਇਸ ਬੰਦੇ ਤੋਂ ਦੁਖੀ ਹੋ ਕੇ ਜੀ ਬੜਾ ਇਨਸਾਫ ਮਿਲੇਗਾ। ਜੀ ਜੇ ਇਨਸਾਫ ਮਿਲੇਗਾ ਤਾਂ ਮੈਂ ਕਹਿੰਦਾ ਹਿਰਦੇ ਥੋੜੀ ਠੰਡ ਪਊਗੀ ਜੇ ਕਿਤੇ ਇਹੋ ਜਿਹਾ ਬੰਦਾ ਕਿਤੇ ਅੰਦਰ ਚਲ ਜਾਵੇ। ਜੀ ਥੈਂਕ ਯੂ। ਕਿੰਨਾ ਔਖਾ ਆ ਆਪਣੀਆਂ ਜ਼ਮੀਨਾਂ ਛੱਡ ਕੇ, ਘਰ ਬਾਰ ਛੱਡ ਕੇ ਉੱਥੋਂ ਨਿਕਲਣਾ। ਬਿਲਕੁਲ ਜੀ। ਬਹੁਤ ਔਖਾ ਆ। ਤੇ ਮੈਂ ਧੰਨਵਾਦ ਕਰਨਾ ਆਪ ਜੀ ਦਾ ਵੀ ਔਰ ਇਹਨਾਂ ਦਾ, ਲਾਇਰ ਸਾਹਿਬ ਦਾ ਵੀ, ਵਿਰਕ ਸਾਹਿਬ ਦਾ। ਸੋ ਦਿਨ ਅਸੀਂ ਵੇਟ ਕਰਾਂਗੇ ਜਿਸ ਦਿਨ ਇਹ ਸਾਡੇ ਤੇ ਕਿਸੇ ਖੁਸ਼ੀ ਦੀ ਲਹਿਰ ਵੀ ਆਏਗੀ। ਜੀ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਕਿਉਂਕਿ ਉਸ ਜ਼ਾਲਮ ਪੁਲਿਸ ਅਫਸਰ ਨੇ ਅਣਮਨੁੱਖੀ ਤਸ਼ੱਦਦ ਕੀਤਾ। ਜਿਹੜੀਆਂ ਗੱਲਾਂ ਐਡਵੋਕੇਟ ਵਿਰਕ ਦੱਸ ਕੇ ਗਏ ਨੇ ਕਿ ਪੀੜਤ ਧਿਰ ਨਾਲ ਕੀ ਕੁਝ ਹੋਇਆ, ਉਹਨਾਂ ਨੂੰ ਤਾਂ ਸੁਣ ਕੇ ਹੀ ਲੂੰ ਕੰਡੇ ਖੜੇ ਹੋ ਜਾਂਦੇ ਨੇ, ਰੌਂਗਟੇ ਖੜੇ ਹੋ ਜਾਂਦੇ ਨੇ। ਤੇ ਜਿਨ੍ਹਾਂ ਨਾਲ ਇਹ ਵਾਪਰੀਆਂ ਨੇ, ਹੋਈਆਂ ਬੀਤੀਆਂ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿੰਨੀ ਮਾਨਸਿਕ ਤੇ ਸਰੀਰਕ ਪਰੇਸ਼ਾਨੀ ਝੱਲਣੀ ਪਈ ਹੋਏਗੀ। ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਫੇਰ ਤੁਹਾਨੂੰ ਪ੍ਰਦੀਪ ਵਿਰਕ ਹੋਣਾ ਦਾ ਐਡਵੋਕੇਟ ਚੰਡੀਗੜ੍ਹ ਦੇ ਵਿੱਚ ਨੇ, ਜਿਹੜੇ ਕਿ ਇਹ ਕੇਸ ਦੇ ਉੱਤੇ ਆਪਣਾ ਜਹਿਦ ਕਰ ਰਹੇ ਨੇ ਕਿ ਜਿਹੜਾ ਇਹ ਦੋਸ਼ੀ ਹੈ ਇਸ ਨੂੰ ਸਜ਼ਾ ਮਿਲ ਸਕੇ। ਬਹੁਤ ਸਾਰੇ ਪੰਜਾਬੀ ਨੌਜਵਾਨ ਜਿਹੜੇ ਬਾਹਰਲੇ ਮੁਲਕਾਂ ਵਿੱਚ ਇਹਦੇ ਵਰਗੇ ਪੁਲਿਸ ਆਫਿਸਰਾਂ ਦੇ ਜਾਂ ਇਹਦੇ ਵਰਗੇ ਮਾੜੇ ਸਿਸਟਮ ਦੀ ਭੇਂਟ ਚੜੇ ਨੇ। ਬਹੁਤ ਸਾਰਿਆਂ ਨੇ ਜਾਨਾਂ ਗਵਾਈਆਂ ਤੇ ਬਹੁਤ ਸਾਰੇ ਆਪਣੇ ਘਰ-ਬਾਰ ਛੱਡ ਕੇ ਬਾਹਰਲੇ ਮੁਲਕਾਂ 'ਚ ਬੜੇ ਲੰਬੇ ਸਮੇਂ ਤੋਂ ਬੈਠੇ ਨੇ। ਉਹ ਪੰਜਾਬ ਮੁੜ ਕੇ ਨਹੀਂ ਜਾ ਸਕਦੇ। ਸੋ ਜੇ ਕਿਸੇ ਨੇ ਇਹਨਾਂ ਦੇ ਨਾਲ ਗੱਲ ਕਰਨੀ ਆ ਪ੍ਰਦੀਪ ਵਿਰਕ ਹੋਣਾ ਦੇ ਨਾਲ, ਤੇ ਮੈਂ ਇਹਨਾਂ ਦਾ ਨੰਬਰ ਦੱਸ ਦਿੰਦੀ ਹਾਂ, 9988 699100 ਇਹਨਾਂ ਦਾ ਨੰਬਰ ਆ। 99 886 99 100 ਇਹਨਾਂ ਦਾ ਨੰਬਰ ਆ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ, ਕੋਈ ਗਵਾਹ ਹੋਵੇ, ਕੁਝ ਵੀ ਹੋਵੇ, ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹੋਵੇ, ਸੋ ਤੁਸੀਂ ਇਹਨਾਂ ਦੇ ਨਾਲ ਸਾਂਝੀ ਕਰ ਸਕਦੇ ਹੋ। ਦੇਖਦੇ ਰਹੋ ਸਾਂਝਾ ਟੀਵੀ।